मैनू एक शत्रु नजर आ रहा है। 18 डिग्री बाय 4 डिग्री। जे तकसीम करो पिछले वेड़े दा पूरा समय प्लस पाई अते उसका 8वां हिस्सा। तो पूरी पिच गई है जॉय। हुण देखो मेरा कमाल। सप्लाई कट रहे हैं। ठीक है। क्रिस, हुण तो तैयार हो जा, एक जोरदार हमले लई। क्रिस, लगता है मेरा गाइडेंस सिस्टम काम नहीं कर रहा है। फिक्र ना कर क्रिस, मैनू उसनु इत्थे रिकैलिब्रेट करन दी लोड़ है। दा मदरबोर्ड कदे भिजना नहीं चाहिदा। ओदे वल वेख, ओ पूरी तरह पगला गया है। ए बचन है सदा सारे जहां दे लई, एक कहानी सदा है जो सच। सुपर बोल शुक्र है हुणे ठीक है। इसनु अंदर ले जाके डैड तो पूरी डायग्नोस्टिक चेकिंग करा ले। चल गिज, मैं रहांगा जॉय नाल। उसदा घर मेरा घर है। नहीं गिज, घर इस पासे है। बचाओ, क्रिस मैनू चुराने की कोशिश कर रहा है। मैं तेरा रोबोट नहीं हां, मैं जॉय दा रोबोट हां। जॉय तू इसका मेमोरी सेक्टर पूरी तरह बदल दिता है। वो सोचता है कि वो तेरा है। क्रिस, मैंने सचमुच अफसोस है। एक हादसा सी। प्लीज मैनू माफ कर दे। मैं ਇਹਦੇ ਲਈ ਤੈਨੂੰ ਕਦੇ ਮਾਫ ਨਹੀਂ ਕਰਾਂਗਾ ਜॉय। ਮੈਂ ਤੁਹਾਨੂੰ ਦੋ ਜੁੜਵਾਂ ਭਰਾਵਾਂ ਨੂੰ ਮਿਲਾਣ ਲਈ ਲਿਜਾ ਰਿਹਾ ਹਾਂ ਜਿਨ੍ਹਾਂ ਲਈ ਮਾਫੀ ਨਾਮੁਮਕਿਨ ਲੱਗਦੀ ਸੀ। कौन जाने असी इस वेले किथे आ अते गिज़मो ठीक काम नहीं कर रहा। ये सब तेरी गलती है जॉय। जे कुछ होया तां असी बड़ी मुश्किल च पै जांगे। मैं नहीं कीता। सुपरबुक सानू इत्थे ले आया है। असी किथे आ गिज़, की तू ये दस सकदा है? नहीं, मैं तेनू नहीं दस सकदा, पर मैं जॉय नू दस सकदा असी किथे आ। मेरे जियो सेंसर्स मैनू दस रहे हैं कि असी इजराइल दे दखन च नागौर दे रेगिस्तान विच हां। जिन्हां नू भूगोल नहीं आंदा उन्हां नू दस दियां कि ये मिडल ईस्ट विच है, करीब 3600 साल पहला। अते हुण मेरा टेलीस्कोप जूम करेगा। ओ दो मुंडे छेती छेती इस पासे आ रहे ने। मैं तेनू हरा के रहूंगा। तू करदा रह कोशिश छोटे। ओ कौन है? अते ओ किथे जा रहे ने इन्नी जल्दबाजी विच? उस तो जरूरी है कि ओ इतनी छेती वापस क्यों आ रहे हैं? धोखेबाज। हिम्मत अता फड़ के दिखा। ए तू बिल्कुल ठीक नहीं कीता। देख देख मेरे गोडे ते चोट भी लग गई है। याकूब, मैनू लगता है कि तू जितया। याकूब है ना? कल क्रिस ऐसा सी ओने पत्थर पहले चुकिया सी। उसदी कोई गल ना सुनी जो भी कवे। मैं कुड़ियां दी गल नहीं सुनदा। तू मां दी गल सुनदा है। तू आखिरकार एक नरम बाल रहित मां दा लाडला है ना। अच्छा, अपने शब्द वापस ले। सच है। मैं कहा ना अपने शब्द वापस ले। बहुत हो गया ईसाऊ मेरे पुत्र, मैं तेन जेतू घोषित करता हाँ।
ਹਾਲਾਂਕਿ ਤੁਸੀਂ ਕੁਝ ਮਿੰਟ ਅੱਗੇ ਪਿੱਛੇ ਜਨਮੇ ਹੋ, ਪਰ ਏਸਾਊ ਪਹਿਲਾਂ ਸੀ। ਯਾਕੂਬ ਵੀ ਇੱਕ ਬਹੁਤ ਸ਼ਾਨਦਾਰ ਪੁੱਤਰ ਹੈ, ਪਰ ਏਸਾਊ ਨੂੰ ਮੇਰਾ ਜਨਮ ਸਿੱਧ ਅਧਿਕਾਰ ਹੈ। ਜਨਮ ਸਿੱਧ ਅਧਿਕਾਰ ਕੀ ਹੈ? ਜਨਮ ਸਿੱਧ ਅਧਿਕਾਰ ਕੀ ਹੁੰਦਾ, ਤੈਨੂੰ ਇਹ ਵੀ ਨਹੀਂ ਪਤਾ? ਓ ਜੋਏ, ਮੇਰੇ ਲਈ ਰੁਕ। ਪਹਿਲੋਠੇ ਪੁੱਤਰ ਨੂੰ ਹਮੇਸ਼ਾ 2 ਗੁਣਾ ਜ਼ਿਆਦਾ ਹੱਕ ਮਿਲਦਾ ਹੈ ਵਿਰਾਸਤ ਦਾ, ਅਤੇ ਉਹ ਪਰਿਵਾਰ ਤੇ ਰਾਜ ਕਰਦਾ ਹੈ। ਸਮਝ ਗਿਆ। ਉਸ ਦਾ ਤੇਰੇ ਤੋਂ ਜ਼ਿਆਦਾ ਹੱਕ ਹੈ, ਉਸੇ ਤਰ੍ਹਾਂ ਜਿਵੇਂ ਜੋਏ ਦਾ ਮੇਰੇ ਤੇ ਜ਼ਿਆਦਾ ਹੱਕ ਹੈ ਬਜਾਏ ਕ੍ਰਿਸ ਦੇ। ਅਤੇ ਸਾਡਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ। ਪਰਮੇਸ਼ਰ ਨੇ ਕਈ ਸਾਲ ਪਹਿਲਾਂ ਮੇਰੇ ਪਿਤਾ ਅਬਰਾਹਮ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਨੂੰ ਕਿਹਾ ਕਿ ਉੱਪਰ ਆਕਾਸ਼ ਵੱਲ ਵੇਖੋ ਅਤੇ ਅਸੀਂ ਇਹ ਕਹਾਣੀ ਕਿੰਨੀ ਵਾਰ ਸੁਣ ਚੁੱਕੇ ਹਾਂ ਪਿਤਾ ਜੀ। ਯਹੋਵਾ ਨੇ ਅਬਰਾਹਮ ਨੂੰ ਕਿਹਾ ਕਿ ਆਕਾਸ਼ ਵੱਲ ਉੱਪਰ ਵੇਖ ਤੇ ਤਾਰਿਆਂ ਨੂੰ ਗਿਣ ਜੇ ਗਿਣ ਸਕੇ। ਇਸੇ ਤਰ੍ਹਾਂ ਤੇਰੀ ਬਹੁਤ ਸਾਰੀ ਔਲਾਦ ਹੋਏਗੀ। ਵਾਹ, ਇਹ ਤਾਂ ਬਹੁਤ ਵੱਡਾ ਪਰਿਵਾਰ ਹੈ। ਅਤੇ ਪਹਿਲੋਠੇ ਪੁੱਤਰ ਦੇ ਰੂਪ ਵਿੱਚ ਉਹ ਸਭ ਜੋ ਪਰਮੇਸ਼ਰ ਨੇ ਆਖਿਆ ਹੈ ਤੇਰੇ ਵਿੱਚ ਪੂਰਾ ਹੋਏਗਾ ਈਸਾਊ। ਹੁਣ ਸ਼ਾਇਦ ਤੁਹਾਡੇ ਦੋਸਤ ਸਾਡੇ ਨਾਲ ਰਾਤ ਦਾ ਖਾਣਾ ਖਾਣਗੇ। ਜਾਓ ਜਾ ਕੇ ਚੰਗਾ ਜਿਹਾ ਸ਼ਿਕਾਰ ਮਾਰ ਕੇ ਲਿਆਓ ਸ਼ੋਰਬੇ ਲਈ। ਮੈਂ ਵੀ ਸ਼ਿਕਾਰ ਕਰ ਸਕਦਾ ਪਿਤਾ ਜੀ? ਮੈਂ ਜਾਣਦਾ ਹਾਂ ਯਾਕੂਬ, ਪਰ ਤੇਰਾ ਗੋਡਾ ਜ਼ਖਮੀ ਲੱਗ ਰਿਹਾ ਹੈ ਤੇ ਤੂੰ ਬਹੁਤ ਨਰਮ ਸੁਭਾਅ ਦਾ ਹੈ, ਭੋਲਾ ਪਾਲਾ ਤੇ ਤੰਬੂਆਂ ਵਿੱਚ ਰਹਿਣ ਵਾਲਾ ਅਤੇ ਦੂਜੇ ਕੰਮਾਂ ਦੇ ਕਾਬਿਲ। ਹੁਣ ਏਸਾਊ ਸ਼ਿਕਾਰ ਤੇ ਜਾ, ਇਸ ਤੋਂ ਪਹਿਲਾਂ ਕਿ ਤੂਫਾਨ ਸਾਨੂੰ ਘੇਰ ਲਏ। ਜੀ ਪਿਤਾ ਜੀ। ਮੈਂ ਏਸਾਊ ਨਾਲ ਜਾ ਰਹੀ ਹਾਂ। ਮੈਂ ਵੀ ਜੋਏ ਨਾਲ ਜਾ ਰਿਹਾ ਹਾਂ। ਚੰਗਾ ਹੈ, ਜਾ। ਪਰ ਮਾਂ, ਲੱਗਦਾ ਹੈ ਉਹ ਈਸਾਊ ਨੂੰ ਜ਼ਿਆਦਾ ਪਸੰਦ ਕਰਦੇ ਨੇ। ਉਹ ਤੈਨੂੰ ਪ੍ਰੇਮ ਕਰਦੇ ਹਨ ਯਾਕੂਬ, ਬਸ ਉਹ ਇਹ ਨਹੀਂ ਸਮਝ ਰਹੇ ਕਿ ਯਹੋਵਾ ਦਾ ਕਰਮ ਤੇਰੇ ਉੱਤੇ ਹੈ। ਤੂੰ ਹੀ ਹੈ ਜੋ ਚੁਣਿਆ ਗਿਆ ਹੈ, ਜੋ ਇੱਕ ਦਿਨ ਇੱਕ ਵੱਡੀ ਕੌਮ ਦੀ ਅਗਵਾਈ ਕਰੇਗਾ। ਪਰ ਏਸਾਊ ਕੋਲ ਪਹਿਲੋਠੇ ਦਾ ਹੱਕ ਹੈ ਕਿ ਲੀਡਰ ਬਣਨਾ ਉਸ ਦੀ ਤਕਦੀਰ ਵਿੱਚ ਨਹੀਂ। ਯਹੋਵਾ ਪਰਮੇਸ਼ਰ ਦੀ ਇੱਛਾ ਹੈ ਕਿ ਜਨਮਸਿੱਧ ਅਧਿਕਾਰ ਯਾਕੂਬ ਨੂੰ ਮਿਲੇ ਅਤੇ ਉਹ ਵੇਲਾ ਹੁਣ ਨੇੜੇ ਆ ਰਿਹਾ ਹੈ। ਬਹੁਤ ਚਿਰ ਪਹਿਲਾਂ ਜਦ ਯਾਕੂਬ ਤੇ ਏਸਾਊ ਮੇਰੀ ਕੁੱਖ ਵਿੱਚ ਸਨ ਤਾਂ ਉਹ ਮੇਰੇ ਅੰਦਰ ਝਗੜਦੇ ਰਹਿੰਦੇ, ਇੱਕ ਦੂਜੇ ਨੂੰ ਲੱਤਾਂ ਮਾਰਦੇ ਹੋਏ। ਉਹ ਇੱਕ ਕਮਾਲ ਦੀ ਲੜਾਈ ਸੀ। ਮੈਂ ਫਿਕਰਮੰਦ ਹੋ ਕੇ ਪਰਮੇਸ਼ਰ ਨੂੰ ਪ੍ਰਾਰਥਨਾ ਕੀਤੀ ਇਸ ਦੀ ਵਜ੍ਹਾ ਦੱਸਣ ਲਈ। ਯਹੋਵਾ, ਜੇ ਸਭ ਕੁਝ ਠੀਕ ਠਾਕ ਹੈ ਤਾਂ ਇਹ ਜੱਦੋ-ਜਹਿਦ ਕਿਉਂ? ਤੇਰੀ ਕੁੱਖ ਵਿੱਚ ਪਲ ਰਹੇ ਦੋਵੇਂ ਪੁੱਤਰ 2 ਕੌਮਾਂ ਬਣਨਗੇ। ਸ਼ੁਰੂਆਤ ਤੋਂ ਹੀ ਦੋਵੇਂ ਕੌਮਾਂ ਵਿੱਚ ਬੈਰ ਰਹੇਗਾ। ਇੱਕ ਕੌਮ ਦੂਜੇ ਤੋਂ ਜ਼ਿਆਦਾ ਤਾਕਤਵਰ ਹੋਵੇਗੀ ਅਤੇ ਤੇਰਾ ਵੱਡਾ ਪੁੱਤਰ ਤੇਰੇ ਛੋਟੇ ਪੁੱਤਰ ਦੀ ਟਹਿਲ ਕਰੇਗਾ। ਯਾਕੂਬ, ਤੂੰ ਹੀ ਛੋਟਾ ਹੈ ਜਿਸ ਬਾਰੇ ਪਰਮੇਸ਼ਰ ਨੇ ਦੱਸਿਆ ਸੀ। ਏਸਾਊ ਇੱਕ ਦਿਨ ਤੇਰੀ ਸੇਵਾ ਕਰੇਗਾ। ਤੂੰ ਸਿਆਣੀ ਹੈ ਜੋ ਮੇਰੇ ਨਾਲ ਆ ਗਈ। ਮੈਂ ਤੈਨੂੰ ਸ਼ਿਕਾਰ ਦੇ ਰਾਜ਼ ਦਿਖਾਵਾਂਗਾ। ਤੁਸੀਂ ਵੀ ਹਲਕੇ ਤੰਬੂਆਂ ਵਿੱਚ ਰਹਿਣ ਵਾਲੇ ਹੋ। ਤੁਹਾਨੂੰ ਵੀ ਯਾਕੂਬ ਦੇ ਨਾਲ ਜਾਣਾ ਚਾਹੀਦਾ ਸੀ। ਸ਼ਾਇਦ ਸਾਨੂੰ ਵਾਪਸ ਜਾਣਾ ਚਾਹੀਦਾ ਹੈ। ਠੀਕ ਹੈ, ਮੈਨੂੰ ਬਹੁਤ ਭੁੱਖ ਲੱਗੀ ਹੈ ਅਤੇ ਇੱਥੇ ਕੋਈ ਸ਼ਿਕਾਰ ਵੀ ਨਹੀਂ। ਪਿਤਾ ਜੀ ਨੂੰ ਬਹੁਤ ਮਾਯੂਸੀ ਹੋਵੇਗੀ। ਇਹ ਤਾਂ ਵਧੀਆ ਹੈ ਯਾਕੂਬ। ਸ਼ਿਕਾਰੀ ਬਣਨ ਦੀ ਕੀ ਲੋੜ ਜੇ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੋਵੇ। ਜੇ ਅੱਜ ਮੈਂ ਸ਼ਿਕਾਰ ਕਰਨ ਲਈ ਜਾਂਦਾ ਤਾਂ ਮੈਂ ਅੱਜ ਆਪਣੇ ਆਪ ਨੂੰ ਪਿਤਾ ਜੀ ਦੇ ਅੱਗੇ ਸਾਬਿਤ ਕਰ ਸਕਦਾ ਸੀ। ਰੁਕ ਜਾਓ, ਇਹ ਅਸੀਂ ਹੀ ਹਾਂ। ਤੂੰ ਤਾਂ ਖੂਬ ਸ਼ਿਕਾਰੀ ਨਿਕਲਿਆ ਯਾਕੂਬ। ਤੈਨੂੰ 2 ਲੱਤਾਂ ਵਾਲੇ ਅਤੇ 4 ਲੱਤਾਂ ਵਾਲੇ ਜਾਨਵਰ ਵਿੱਚ ਫਰਕ ਹੀ ਨਹੀਂ ਪਤਾ।
ਹਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਉਸ ਸ਼ੋਰਬੇ ਵਿੱਚੋਂ ਕੁਝ ਖਾਣ ਲਈ ਦਿਓ ਇਹ ਸ਼ੋਰਬਾ ਚਾਹੀਦਾ? ਇਹ ਤਾਂ ਤੈਨੂੰ ਤਾਂ ਹੀ ਮਿਲੇਗੀ ਜੇ ਤੂੰ ਜੇਠੇ ਹੋਣ ਦਾ ਹੱਕ ਮੈਨੂੰ ਵੇਚ ਦੇ। ਮੈਂ ਭੁੱਖ ਨਾਲ ਮਰ ਰਿਹਾ ਯਾਕੂਬ ਮੈਨੂੰ ਉਹ ਸ਼ੋਰਬਾ ਦੇ ਤੂੰ ਪਹਿਲਾਂ ਮੈਨੂੰ ਆਪਣੇ ਜੇਠੇ ਹੋਣ ਦਾ ਹੱਕ ਵੇਚ ਦੇ ਤੇ ਫਿਰ ਇਹ ਸ਼ੋਰਬੇ ਦਾ ਪਿਆਲਾ ਤੇਰਾ ਹੋ ਜਾਏਗਾ। ਮੈਨੂੰ ਦੇ ਉਹ ਕੀ ਕਰ ਰਿਹਾ ਹੈ? ਚੱਲ ਮੈਂ ਇੱਕ ਵਾਰੀ ਫੇਰ ਕਹਿਣਾ, ਤੂੰ ਮੈਨੂੰ ਆਪਣੀ ਵਿਰਾਸਤ ਦੇ ਤੇ ਆਪਣੇ ਜੇਠੇ ਹੋਣ ਦਾ ਹੱਕ ਮੈਨੂੰ ਵੇਚ ਦੇ। ਵੇਖ ਮੈਂ ਮਰ ਰਿਹਾ ਇਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਸੌ ਖਾ ਤੇ ਆਪਣੇ ਜੇਠੇ ਹੋਣ ਦਾ ਹੱਕ ਮੈਨੂੰ ਇੱਥੇ ਦੇ ਦੇ। ਜੇਠੇ ਦਾ ਹੱਕ ਮੈਂ 100 ਖਾਣਾ ਤੂੰ ਬੇਸ਼ੱਕ ਮੇਰੇ ਜੇਠੇ ਦਾ ਹੱਕ ਲੈ ਪਰ ਮੈਨੂੰ ਉਹ ਸ਼ੋਰਬਾ ਦੇ ਧੰਨਵਾਦ ਮੇਰੇ ਪਿਆਰੇ ਭਰਾ। ਇਹ ਤਾਂ ਸੁਪਰ ਬੁੱਕ ਹੈ ਚਲੋ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਮੈਂ ਜॉय ਦਾ ਰੋਬੋਟ ਹਾਂ ਅਤੇ ਮੈਂ ਜੋ ਤੁਸੀਂ ਹੁਣੇ ਵੇਖਿਆ ਹੈ ਉਹ ਸ਼ੁਰੂਆਤ ਹੈ ਇੱਕ ਵੱਡੇ ਬਟਵਾਰੇ ਦੀ ਇਹਨਾਂ ਪੜਾਵਾਂ ਵਿੱਚ। ਹੁਣ ਅਸੀਂ ਕਿੱਥੇ ਆ? ਮੇਰੇ ਜੀਓ ਸੈਂਸਰਸ ਦਰਸਾਉਂਦੇ ਹਨ ਕਿ ਅਸੀਂ ਹੈਰਾਨ ਨਾ ਦੀ ਥਾਂ ਤੇ ਆ ਪਰ ਇਹ ਕਾਫੀ ਸਮੇਂ ਬਾਅਦ ਦਾ ਵੇਲਾ ਹੈ ਮੈਨੂੰ ਇਸ ਦੀ ਰੀਡਿੰਗ ਲੈਣ ਮੇਰੀ ਦੀ ਮਾਂ ਨੇ ਮੈਨੂੰ ਆਪਣੀ ਹਿਫਾਜ਼ਤ ਲਈ ਦੱਸਿਆ ਸੀ ਕਿ ਮੈਂ ਇੱਥੇ ਆਵਾਂ ਤੇ ਗੁਜ਼ਰੇ ਕਈ ਸਾਲ ਇੱਥੇ ਹੀ ਗੁਜ਼ਾਰਾਂ ਇਹ ਯਾਕੂਬ ਹੈ ਤੇ ਮੈਂ ਤੇਰੇ ਪਰਿਵਾਰ ਤੋਂ ਕੁਝ ਵੀ ਨਹੀਂ ਲਿਆ ਜੋ ਮੈਨੂੰ ਨਹੀਂ ਦਿੱਤਾ ਗਿਆ ਸੀ। ਅਤੇ ਜੇ ਉਹ ਸਾਨੂੰ ਯਾਦ ਕਰ ਸਕਦਾ ਹੈ ਤਾਂ ਉਹ ਕਈ ਸਵਾਲ ਕਰੇਗਾ ਜੋ ਸਾਡੇ ਜਵਾਬਾਂ ਤੋਂ ਬਹੁਤ ਜ਼ਿਆਦਾ ਹੋਣਗੇ। ਸਾਨੂੰ ਭੇਸ ਬਦਲਣ ਦੀ ਲੋੜ ਹੈ। ਮੈਂ ਸਾਡੀ ਹਿਫਾਜ਼ਤ ਕਰਾਂਗਾ ਜॉय ਲੋ ਇਹ ਪਾ ਲੋ ਗਿਜ਼ਮੋ ਦੋਸਤ ਕੱਟ ਰੱਖੋ ਗਿਜ਼ਮੋ ਤੁਸੀਂ ਕੀ ਲਬਾਨ ਦੇ ਪੁੱਤਰਾਂ ਨੇ ਤੁਹਾਨੂੰ ਮੇਰੀ ਜਾਸੂਸੀ ਕਰਨ ਲਈ ਕਿਹਾ? ਅਸੀਂ ਲੁੱਕ ਕੇ ਗੱਲਾਂ ਨਹੀਂ ਸੁਣਨਾ ਚਾਹੁੰਦੇ ਸੀ। ਅਸੀਂ ਨੁਕਸਾਨਦੇਹ ਨਹੀਂ ਸੱਚਮੁੱਚ। ਖੈਰ ਹੁਣ ਇੱਥੇ ਖੜੇ ਨਾ ਰਹੋ ਇਹ ਸਾਰੀ ਗੰਦਗੀ ਸਾਫ਼ ਕਰੋ। ਆਓ ਇਹ ਤੇ ਬੜਾ ਗੁੱਸੈਲ ਬਰਤਾਵ ਹੈ। ਮੈਨੂੰ ਪਤਾ ਉਸਦੇ ਮੂਡ ਨੂੰ ਕਿਵੇਂ ਠੀਕ ਕਰਨਾ ਹੈ। ਇੱਕ ਕੱਪੜੇ ਪਾ ਲਵੋ। ਵਧੀਆ ਖੁਸ਼ਬੂ ਆ ਰਹੀ ਹੈ। ਓ ਵਾਹ ਉਹੀ ਸ਼ੋਰਬਾ ਜੋ ਉਸਦੀ ਮਾਂ ਬਣਾਉਂਦੀ ਸੀ ਜਦੋਂ ਨਿਆਣਾ ਸੀ। ਅਸੀਂ ਸੋਚਿਆ ਕਿ ਤੁਹਾਨੂੰ ਭੁੱਖ ਲੱਗੀ ਹੋਵੇਗੀ। ਹਾਂ ਮੈਨੂੰ ਜ਼ਰਾ ਵੀ ਭੁੱਖ ਨਹੀਂ ਹੈ ਪਰ ਮੈਂ ਮਾਫੀ ਮੰਗਦਾ ਤੁਹਾਡੇ ਨਾਲ ਜੋ ਬੁਰਾ ਵਰਤਾਵ ਕੀਤਾ ਉਸ ਲਈ। ਕੀ ਹੋਇਆ ਯਾਕੂਬ? ਪਤਾ ਹੈ ਕੱਲ ਰਾਤ ਪਰਮੇਸ਼ਰ ਮੇਰੇ ਸੁਪਨੇ ਵਿੱਚ ਆਏ ਸੀ ਤੇ ਉਹਨਾਂ ਨੇ ਆਖਿਆ ਯਾਕੂਬ ਤੂੰ ਆਪਣੇ ਪਿਓ ਦਾਦਿਆਂ ਦੇ ਦੇਸ਼ ਨੂੰ ਤੇ ਆਪਣੇ ਪੂਰਵਜਾਂ ਕੋਲ ਮੁੜ ਜਾ ਤੇ ਮੈਂ ਤੇਰੇ ਅੰਗ ਸੰਗ ਰਹਾਂਗਾ। ਮੈਂ ਬਸ ਉਮੀਦ ਕਰਦਾ ਕਿ ਮੇਰਾ ਭਰਾ ਏਸਾਊ ਹੁਣ ਵੀ ਮੇਰੇ ਖਿਲਾਫ ਵੈਰ ਨਹੀਂ ਰੱਖੇਗਾ ਉਸ ਗੱਲ ਲਈ ਜੋ ਮੈਂ ਕਈ ਸਾਲ ਪਹਿਲਾਂ ਉਸ ਨਾਲ ਕੀਤੀ। ਤੁਸੀਂ ਉਸ ਤੋਂ ਮਾਫੀ ਮੰਗ ਸਕਦੇ ਹੋ। ਮਤਲਬ ਕੋਈ ਫਰਕ ਨਹੀਂ ਪੈਂਦਾ ਕੋਈ ਕੁਝ ਵੀ ਕਰੇ। ਜੇ ਉਹਨਾਂ ਨੂੰ ਸੱਚਮੁੱਚ ਅਫਸੋਸ ਹੈ ਉਹਨਾਂ ਨੂੰ ਮਾਫ ਕੀਤਾ ਜਾ ਸਕਦਾ ਹੈ ਨਾ? ਪਤਾ ਨਹੀਂ ਕਹਿ ਨਹੀਂ ਸਕਦਾ। ਬਹੁਤ ਸਾਲ ਪਹਿਲਾਂ ਮੈਂ ਆਪਣੇ ਪਿਤਾ ਨਾਲ ਚਲਾਕੀ ਕੀਤੀ ਕਿ ਉਹ ਮੈਨੂੰ ਮੇਰੇ ਭਰਾ ਦੀ ਆਸੀਸ ਦੇਣ। ਇਹ ਅਜਿਹੇ ਕੰਮ ਲਈ ਵੀ ਮਾਫੀ ਮੁਮਕਿਨ ਹੈ? ਇਸਾਕ ਨੇ ਕਿਹਾ ਹੈ ਕਿ ਉਹ ਮਰਨ ਤੋਂ ਪਹਿਲਾਂ ਏਸਾਊ ਨੂੰ ਅਸੀਸ ਦੇਵੇਗਾ ਪਰ ਤੈਨੂੰ ਉਸ ਕੋਲ ਜਾਣਾ ਚਾਹੀਦਾ ਹੈ ਉਸ ਅਸੀਸ ਨੂੰ ਪਾਣ ਲਈ। ਜੇ ਤੂੰ ਮੇਰੀ ਗੱਲ ਮੰਨੀ ਤਾਂ ਤੈਨੂੰ ਅਸੀਸ ਮਿਲੇਗੀ। ਪਰ ਮੇਰਾ ਭਰਾ ਏਸਾਊ ਵਾਲਾ ਮਨੁੱਖ ਹੈ ਤੇ ਮੈਂ ਨਹੀਂ। ਜੇ ਮੇਰਾ ਪਿਤਾ ਮੈਨੂੰ ਟੋਹੇਗਾ ਤੇ ਇਹ ਜਾਣੇਗਾ ਕਿ ਮੈਂ ਉਹਨੂੰ ਧੋਖਾ ਦੇ ਰਿਹਾ ਹਾਂ ਤਾਂ ਉਹ ਮੈਨੂੰ ਸਰਾਪਿਤ ਕਰੇਗਾ ਬਜਾਏ ਅਸੀਸ ਦੇਣ ਦੇ। ਉਹਦਾ ਸਰਾਪ ਮੇਰੇ ਪੁੱਤਰ ਮੇਰੇ ਉੱਤੇ ਆਏ। ਇਸ ਲਈ ਮੈਂ ਉਹੀ ਕੀਤਾ ਜੋ ਮੇਰੀ ਮਾਂ ਨੇ ਕਿਹਾ। ਮੇਰੇ ਦੋਨਾਂ ਪੁੱਤਰਾਂ ਚੋਂ ਕਿਹੜਾ ਹੈ ਤੂੰ? ਮੈਂ ਏਸਾਊ ਹਾਂ ਤੁਹਾਡਾ ਜੇਠਾ ਪੁੱਤਰ ਤੇ ਮੈਂ ਉਹ ਕੀਤਾ ਜੋ ਤੁਸੀਂ ਮੈਨੂੰ ਕਰਨ ਲਈ ਕਿਹਾ ਸੀ।
ਉੱਠ ਬੈਠੋ ਤੇ ਮੇਰੇ ਸ਼ਿਕਾਰ ਤੋਂ ਖਾਓ ਤਾਂ ਜੋ ਤੁਸੀਂ ਮੈਨੂੰ ਬਰਕਤ ਦੇਵੋ। ਮੇਰੇ ਨੇੜੇ ਆ ਤਾਂ ਕਿ ਮੈਂ ਤੈਨੂੰ ਵੇਖਾਂ ਕਿ ਤੂੰ ਮੇਰਾ ਉਹੀ ਪੁੱਤਰ ਏਸਾਊ ਹੈ। ਤੇਰੀ ਆਵਾਜ਼ ਤਾਂ ਯਾਕੂਬ ਵਾਂਗ ਹੈ ਪਰ ਤੇਰੇ ਹੱਥ ਏਸਾਊ ਦੇ ਹਨ। ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ। ਆ ਗਈ ਮੇਰੇ ਪੁੱਤਰ ਦੀ ਖੁਸ਼ਬੂ ਖੇਤ ਦੀ ਖੁਸ਼ਬੂ ਵਰਗੀ ਹੈ ਜਿਸ ਨੂੰ ਯਹੋਵਾ ਨੇ ਬਰਕਤ ਦਿੱਤੀ ਹੈ। ਤੇ ਇਸ ਤਰ੍ਹਾਂ ਮੇਰੇ ਪਿਤਾ ਨੇ ਉਸ ਦੀ ਆਸੀਸ ਮੈਨੂੰ ਦੇ ਦਿੱਤੀ, ਉਹ ਆਸੀਸ ਜਿਸ ਤੇ ਹੱਕ ਸੀ ਏਸਾਊ ਦਾ ਪਹਿਲੋਠਾ ਹੋਣ ਕਰਕੇ। ਐਸਾਊ ਨੇ ਕੀ ਕੀਤਾ ਜਦ ਉਸ ਨੂੰ ਪਤਾ ਲੱਗਿਆ? ਉਸਨੇ ਕਿਹਾ ਕਿ ਉਹ ਮੈਨੂੰ ਕਦੇ ਮਾਫ ਨਹੀਂ ਕਰੇਗਾ ਤੇ ਇਹ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਮੈਨੂੰ ਵੀ ਇੰਨਾ ਗੁੱਸਾ ਨਹੀਂ ਆਉਂਦਾ। ਮੇਰੇ ਮਾਤਾ ਪਿਤਾ ਨੇ ਮੈਨੂੰ ਇੱਥੇ ਘੱਲ ਦਿੱਤਾ ਆਪਣੇ ਮਾਮਾ ਲਬਾਨ ਨਾਲ ਰਹਿਣ ਲਈ ਜਦ ਤੱਕ ਏਸਾਊ ਦਾ ਗੁੱਸਾ ਠੰਡਾ ਨਹੀਂ ਹੋ ਗਿਆ। ਆਪਣੇ ਭੂਤਕਾਲ ਦਾ ਸਾਹਮਣਾ ਕਰਨ ਦਾ ਵੇਲਾ ਨੇੜੇ ਆ ਰਿਹਾ ਹੈ। ਜਦ ਮੈਂ ਉਹਨੂੰ ਵੇਖਾਂਗਾ ਤਾਂ ਮੈਂ ਏਸਾਊ ਨੂੰ ਮੇਲ ਦੀ ਭੇਟਾ ਪੇਸ਼ ਕਰਾਂਗਾ ਤਾਂ ਕਿ ਅੰਤ ਵਿੱਚ ਉਹ ਮੈਨੂੰ ਮਾਫ ਕਰ ਸਕੇ। ਕੀ ਨੌਕਰਾਂ ਨੇ ਉਹ ਸਭ ਕੀਤਾ ਜਿਸ ਦੀ ਹਦਾਇਤ ਮੈਂ ਦਿੱਤੀ ਸੀ ਤੇ ਮੇਰੇ ਭਰਾ ਏਸਾਊ ਲਈ ਭੇਟਾ ਲੈ ਕੇ ਅੱਗੇ ਗਏ? ਮਾਲਕ, ਤੁਹਾਡਾ ਭਰਾ 400 ਤੋਂ ਜ਼ਿਆਦਾ ਬੰਦੇ ਲੈ ਕੇ ਤੁਹਾਨੂੰ ਉਡੀਕ ਰਿਹਾ ਹੈ। ਮੈਂ ਡਰ ਗਿਆ ਕਿ ਉਹ ਹੁਣ ਤੱਕ ਨਾਰਾਜ਼ ਹੈ। ਦੋਸਤੋ ਇੱਥੇ ਆਓ। ਕੀ ਤੁਸੀਂ ਇਹ ਸੁਣ ਰਹੇ ਹੋ? ਇਹ ਤਾਂ ਝਗੜੇ ਦੀ ਆਵਾਜ਼ ਲੱਗ ਰਹੀ ਹੈ। ਸ਼ਾਇਦ ਏਸਾਊ ਯਾਕੂਬ ਨਾਲ ਹਿਸਾਬ ਬਰਾਬਰ ਕਰਨ ਲਈ ਆਇਆ ਹੈ। ਇਹ ਉਸ ਵਾਲੀ ਪਹਾੜੀ ਤੋਂ ਆ ਰਹੀ ਹੈ। ਉਹ ਕੌਣ ਹਨ? ਮੈਨੂੰ ਜਾਣ ਦੇ ਕਿਉਂਕਿ ਦਿਨ ਚੜ ਗਿਆ ਹੈ। ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ। ਤੇਰਾ ਨਾਂ ਕੀ ਹੈ? ਯਾਕੂਬ। ਤੇਰਾ ਨਾਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਏਗਾ ਸਗੋਂ ਇਜ਼ਰਾਈਲ, ਕਿਉਂ ਜੋ ਤੂੰ ਪਰਮੇਸ਼ਰ ਅਤੇ ਮਨੁੱਖਾਂ ਨਾਲ ਯੁੱਧ ਕਰਕੇ ਜਿੱਤ ਗਿਆ ਹੈ। ਜੋਏ ਇਹ ਪਰਮੇਸ਼ਰ ਸਨ। ਯਾਕੂਬ ਨੇ ਪਰਮੇਸ਼ਰ ਨਾਲ ਕੁਸ਼ਤੀ ਕੀਤੀ। ਯਾਕੂਬ ਇੱਥੇ ਕੀ ਹੋ ਰਿਹਾ ਸੀ? ਮੈਂ ਇਸ ਥਾਂ ਦਾ ਨਾਂ ਪਨੀਏਲ ਰੱਖਾਂਗਾ ਕਿਉਂਕਿ ਮੈਂ ਪਰਮੇਸ਼ਰ ਨੂੰ ਆਪਣੇ ਸਾਹਮਣੇ ਵੇਖਿਆ ਹੈ ਤੇ ਮੇਰੀ ਜਿੰਦ ਬਚ ਗਈ। ਮੈਂ ਪਰਮੇਸ਼ਰ ਨਾਲ ਕੁਸ਼ਤੀ ਕੀਤੀ ਹੈ ਤੇ ਹੁਣ ਮੈਂ ਤਿਆਰ ਹਾਂ ਜਾ ਕੇ ਏਸਾਊ ਨੂੰ ਮਿਲਣ ਲਈ। ਵਿਚਾਰਾ ਯਾਕੂਬ, ਉਹ ਇਹ ਕਦੇ ਨਹੀਂ ਜਿੱਤ ਸਕਦਾ। ਕਈ ਵਾਰੀ ਮਾਫੀ ਮੰਗਣਾ ਸਭ ਤੋਂ ਮੁਸ਼ਕਿਲ ਗੱਲ ਹੁੰਦੀ ਹੈ। ਉਮੀਦ ਹੈ ਕਿ ਯਾਕੂਬ ਜਾਣਦਾ ਹੋਵੇਗਾ ਕਿ ਉਹ ਕੀ ਕਰ ਰਿਹਾ ਹੈ। ਬਜਾਏ ਮਾਫ ਕਰਨ ਦੇ ਯਾਕੂਬ ਨੂੰ ਇੱਕ ਫੌਜ ਮੰਗਣੀ ਚਾਹੀਦੀ ਹੈ ਜਿਸ ਦਾ ਆਕਾਰ ਏਸਾਊ ਦੀ ਫੌਜ ਜਿਹਾ ਹੋਵੇ। ਮੈਂ ਵੇਖ ਨਹੀਂ ਸਕਦਾ। ਇੱਕ ਵਾਰ ਵੇਖਦਾ ਹਾਂ। ਨਹੀਂ, ਬਿਹਤਰ ਹੈ ਮੈਂ ਨਾ ਵੇਖਾਂ।
याकूब मेरे भरा ਕੀ ਹੋ ਰਿਹਾ ਹੈ? ਕੀ ਯਾਕੂਬ ਸਜਦਾ ਕਰ ਰਿਹਾ ਹੈ? ਹਾਂ 7 ਵਾਰੀ। ਇਹ ਰਿਵਾਜ ਦੱਸਦਾ ਹੈ ਆਪਣੇ ਭਰਾ ਵੱਲ ਕੁੜੀ ਸ਼ਰਦਾ। ਜੋਏ, हाँ ਜੇ ਏਸਾਊ ਆਪਣੇ ਭਰਾ ਨੂੰ ਮਾਫ ਕਰ ਸਕਦਾ ਹੈ ਤਾਂ ਮੈਂ ਵੀ ਤੈਨੂੰ ਮਾਫ ਕਰ ਸਕਦਾ ਉਹ ਗਿਜ਼ਮੋ ਵਾਲੇ ਹਾਦਸੇ ਲਈ। सचमुच क्रिस? ਸੱਚਮੁੱਚ ਮੈਂ ਤੈਨੂੰ ਮਾਫ ਕਰਦਾ ਤੇ ਮੈਨੂੰ ਉਮੀਦ ਹੈ ਕਿ ਤੂੰ ਵੀ ਮੈਨੂੰ ਮਾਫ ਕਰ ਦੇਂਗੀ। ਮੈਨੂੰ ਤੇਰੇ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਸੀ। ਮੈਂ ਵੀ ਤਾਂ ਕਿੰਨੀ ਵਾਰ ਗਲਤੀ ਕਰਦਾ। माफ किया। ਮਾਫ ਕੀਤਾ। ਤੈਨੂੰ ਵਾਪਸ ਪਾ ਕੇ ਚੰਗਾ ਲੱਗਿਆ ਮੇਰੇ ਭਰਾ। वधिया आइडिया है तेरे डैड दे सोलार फैंस का इस्तेमाल गिज़मो दा सर्किट सुखाण लई। ਚਲੋ ਹੁਣ ਇਹਨੂੰ ਟੈਸਟ ਕਰੀਏ। बिल्कुल। जल्दी आ गिज़मो, मैं कर जाना है। ओके जॉय, गुड बाय। चलो क्रिस, आखिर च घर पहुंचण वाला साडा अंडा खाएगा। मैनू खुशी है कि सब चीजें ठीक हो गई हैं। ਮੈਂ ਵੀ ਤੇ ਹੁਣ ਹੋਰ ਵਾਟਰ ਫਾਈਟਸ ਨਹੀਂ। हेलो डॉग, हेलो डॉग। नहीं नहीं मास्टर, मेरे लिए रुको। मास्टर, अरे रुक जाओ। जरा सोचिए कि
खो सकदा है इतिहास दे सफर विच उच्चे उड़िए सफर ते चलिए रहस दे अंदर वेखिए जो वेखना सी जाहिर है ए क्या जे है सुनन दी इच्छा ए बचन है सदा सारे जहां दे लई एक कहानी सदा है जो सच ए बचन है रोशन उस रोशनी दे नाल रब ने दित्ती जो अपने प्रेम विच सफर ते चल के देखो करिश्मा तुसी अंदर है जो साडे सारियां दे